ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੈਸਿੰਗ ਆਡੀਓ ਟੀਮ ਦੇ ਵੱਲੋਂ ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਕਰਮ ਚੱਕਰ ਸਿਧਾਂਤ ਕਿਆ ਹੈ ਦੇ ਬਾਰੇ ਵਿੱਚ ਅੱਗੇ ਦੀ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਪੀੜਿਤ ਵਿਅਕਤੀ ਦੇ ਬਾਰੇ ਵਿੱਚ ਜੇ ਗਹਿਰਾਈ ਨਾਲ ਸੋਚਿਆ ਜਾਵੇ ਤਾਂ ਹੋ ਸਕਦਾ ਹੈ ਉਸਨੇ ਆਪਣੇ ਪਿਛਲੇ ਜਨਮਾਂ ਵਿੱਚ ਇਸ ਤਰ੍ਹਾਂ ਦੇ ਕਰਮ ਕੀਤੇ ਹੋਣੇ ਹੈ ਤੇ ਆਪਣੇ ਕਰਮ ਨੂੰ ਸੁਧਾਰਨ ਖਾਤਰ ਇਸ ਤਰ੍ਹਾਂ ਦੀ ਮੁਸੀਬਤਾਂ ਦਾ ਚੁਣਾਵ ਕੀਤਾ ਹੋਣਾ ਹੈ। ਤੁਹਾਡੇ ਦਖਲ ਦੇਣ ਦੇ ਕਾਰਨ ਉਹਦੀ ਇਸ ਜਨਮ ਵਿੱਚ ਹੀ ਗਿਆਨਵਾਨ ਹੋ ਕੇ ਪਿਛਲੀ ਗਲਤੀਆਂ ਨੂੰ ਨਾ ਦੁਹਰਾ ਕੇ ਆਪਣੇ ਕਰਮ ਨੂੰ ਸੁਧਾਰ ਕੇ ਚੰਗਾ ਕਰਮ ਕਰਨ ਦੀ ਵੀ ਸੰਭਾਵਨਾ ਹੈ। ਪ੍ਰਿਥਵੀ ਲੋਕ ਵਿੱਚ ਆਪਣੇ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਆਪਣੇ ਮਾੜੇ ਕਰਮਾਂ ਨੂੰ ਸੁਧਾਰਨ ਲਈ ਬਹੁਤ ਮੌਕੇ ਆਉਂਦੇ ਹਨ। ਅਨੇਕ ਐਕਸਪੀਰੀਅੰਸ ਵੀ ਹੁੰਦੇ ਹਨ। ਜ਼ਿਆਦਾ ਨੌਲੇਜ ਤੇ ਵਿਜ਼ਡਮ ਵੀ ਪ੍ਰਾਪਤ ਕਰ ਸਕਦੇ ਹਾਂ ਤੇ ਜ਼ਿਆਦਾ ਪ੍ਰੇਮ ਨੂੰ ਵੀ ਵੰਡ ਸਕਦੇ ਹਾਂ। ਜੇ ਕੋਈ ਵਿਅਕਤੀ ਨੁਕਸਾਨ ਕਰਨਾ ਚਾਹਵੇ ਲੇਕਿਨ ਅਸੀਂ ਉਹਨੂੰ ਸਹੀ ਸਮੇਂ ਪਰ ਰੋਕ ਲਵਾਂਗੇ ਤੇ ਉਹ ਆਪਣੇ ਆਵੇਸ਼ 'ਤੇ ਕਾਬੂ ਪਾ ਸਕੇਗਾ। ਜ਼ਿਆਦਾਤਰ ਲੋਕੀ ਕ੍ਰੋਧ ਦੇ ਵਸ਼ ਵਿੱਚ ਜਾਂ ਕਿਸੇ ਔਰ ਉਤੇਜਨਾ ਦੇ ਵਸ਼ ਵਿੱਚ ਆ ਕਰ ਮਾੜੇ ਕੰਮ ਕਰਨ ਦੀ ਜ਼ਿੱਦ ਵਿੱਚ ਆ ਜਾਂਦੇ ਹਨ। ਇੱਕ ਵਾਰ ਉਹ ਪਲ ਬੀਤ ਜਾਵੇ ਤੇ ਆਪਣੇ ਕੀਤੇ ਹੋਏ ਕਰਮ ਦਾ ਪਛਤਾਤਾਪ ਕਰਨ ਲੱਗਦੇ ਨੇ। ਇਸ ਤਰ੍ਹਾਂ ਤੁਸੀਂ ਦੋਨੋਂ ਤਰ੍ਹਾਂ ਦੇ ਲੋਕਾਂ ਦੀ ਮਦਦ ਕਰ ਪਾਵੋਗੇ, ਨਾਲੇ ਆਪਣੇ ਕੁਝ ਕਰਮ ਵੀ ਚੁਕਾ ਪਾਵੋਗੇ। ਇਸ ਸਮੇਂ ਪ੍ਰਿਥਵੀ ਲੋਕ ਦੇ ਇੰਟੈਲੀਜੈਂਟ ਲੋਕਾਂ ਦੀ ਕਮੀ ਨਹੀਂ ਹੈ, ਪਰ ਇੰਟੈਲੀਜੈਂਟ ਹੋਣ ਦੇ ਬਾਵਜੂਦ ਵੀ ਵਿਜ਼ਡਮ ਬਹੁਤ ਹੀ ਕਮ ਲੋਕਾਂ ਵਿੱਚ ਹੈਗੀ। ਇਸ ਕਰਕੇ ਉਹ ਕਰਮ ਸਿਧਾਂਤ ਤੋਂ ਭੁਲਾਉਣ ਲਈ ਨਵੇਂ ਤਰਕ ਕੁਤਰਕ ਕਰਦੇ ਹਨ। ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਚ ਨੂੰ ਚਤੁਰਾਈ ਤੋਂ ਨਹੀਂ ਸਮਝਾ ਸਕਦੇ। ਜੇ ਤੁਸੀਂ ਸੱਚ ਦੀ ਖੋਜ ਕਰਨ ਵਾਲੇ ਹੋ, ਸੱਚਾਈ ਦੇ ਨਾਲ ਹੀ ਰਹਿਣਾ ਚਾਹੁੰਦੇ ਹੋ ਤੇ ਤੁਹਾਨੂੰ ਪਿਓਰ ਨੌਲੇਜ ਦੀ ਜ਼ਰੂਰਤ ਹੈ। ਮਿਸਾਲ ਲਈ, ਜੇ ਕਿਸੇ ਮਹਿਲਾ ਦਾ ਮਾਨ ਭੰਗ ਹੋਇਆ ਹੈ ਤਾਂ ਉਹਨੂੰ ਕੀ ਕਰਨਾ ਚਾਹੀਦਾ ਹੈ? ਉਸ ਨੂੰ ਇਸ ਸਥਿਤੀ ਵਿੱਚ ਲਾਉਣ ਵਾਲੇ ਨਾਲ ਕਿਸ ਤਰ੍ਹਾਂ ਦਾ ਸਲੂਕ ਕਰਨਾ ਚਾਹੀਦਾ ਹੈ? ਉਸ ਮਹਿਲਾ ਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਕਿ ਮੇਰਾ ਤੇ ਜੀਵਨ ਹੀ ਮੁੱਕ ਗਿਆ। ਬਦਕਿਸਮਤੀ ਨਾਲ ਨੁਕਸਾਨ ਤੇ ਹੋਇਆ ਹੈ, ਪਰ ਉਹਨੂੰ ਇਸ ਪਰਿਸਥਿਤੀ ਤੋਂ ਬਾਹਰ ਆਉਣਾ ਹੈ। ਸਾਰਿਆਂ ਨੂੰ ਉਹਨੂੰ ਅੱਗੇ ਵਧਣ ਲਈ ਉਹਦੀ ਹਿੰਮਤ ਵਧਾਉਣੀ ਚਾਹੀਦੀ ਹੈ। ਇਸ ਵੇਲੇ ਉਹਦੇ ਪਿਛਲੇ ਜਨਮ ਦਾ ਹਿਸਾਬ ਕਿਤਾਬ ਦੀ ਚਰਚਾ ਕਰਨ ਦੀ ਲੋੜ ਨਹੀਂ ਹੈ। ਇਹ ਕਿਸੇ ਵੀ ਤਰ੍ਹਾਂ ਕੁਝ ਵੀ ਮਦਦ ਨਹੀਂ ਕਰੂਗਾ। ਇਹ ਘਟਨਾ ਉਸ ਦੇ ਜੀਵਨ ਵਿੱਚ ਤਰੱਕੀ ਲਈ ਹੋ ਸਕਦੀ ਹੈ। ਇਸ ਲਈ ਉਹਨੂੰ ਆਪਣੀ ਸੋਚ ਇਸ ਤਰ੍ਹਾਂ ਦੀ ਬਣਾਉਣੀ ਚਾਹੀਦੀ ਹੈ ਕਿ ਨੁਕਸਾਨ ਤੇ ਹੋ ਗਿਆ ਹੈ, ਪਰ ਮੈਂ ਮੇਰੀ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਾਂਗੀ। ਜੀਵਨ ਯਾਨੀ ਅਨੇਕ ਤਰ੍ਹਾਂ ਦੀ ਚੁਣੌਤੀਆਂ, ਉਹਨਾਂ ਦਾ ਧੈਰਯ ਨਾਲ ਸਾਹਮਣਾ ਕਰਨਾ ਪੈਂਦਾ ਹੈ। ਇਸ ਘਟਨਾ ਨੂੰ ਚੁਣੌਤੀ ਸਮਝਾਂਗੀ, ਜੀਵਨ ਦਾ ਅੰਤ ਨਹੀਂ। ਇਸ ਤਰ੍ਹਾਂ ਦੀ ਸੋਚ ਹੋਣੀ ਚਾਹੀਦੀ ਹੈ। ਕਿਸੇ ਵੀ ਸਮੱਸਿਆ ਦਾ ਹੱਲ ਆਤਮ ਹੱਤਿਆ ਨਹੀਂ ਹੈ। ਆਤਮਾ ਦੀ ਤਰੱਕੀ ਵਿੱਚ ਕਦੀ ਵੀ ਆਤਮ ਹੱਤਿਆ ਸਹਾਇਕ ਨਹੀਂ ਹੋ ਸਕਦੀ ਹੈ। ਜੇ ਉਹ ਇਸਤਰੀ ਆਤਮ ਹੱਤਿਆ ਵਾਸਤੇ ਤਿਆਰ ਹੋ ਜਾਵੇ ਜਾਂ ਕਰ ਲਵੇ, ਉਹਨੂੰ ਅਗਲੇ ਜਨਮ ਵਿੱਚ ਫਿਰ ਇਸ ਤਰ੍ਹਾਂ ਦੀ ਘਟਨਾਵਾਂ ਦਾ ਸਾਹਮਣਾ ਕਰਨਾ ਪਊਗਾ। ਰੱਬ ਨੇ ਸਾਨੂੰ ਜੀਵਨ ਅਨੁਭਵ ਪ੍ਰਾਪਤ ਕਰਦੇ ਹੋਏ ਆਤਮਾ ਦੀ ਤਰੱਕੀ ਲਈ ਦਿੱਤਾ ਹੈ। ਇਸ ਨੂੰ ਕਮ ਕਰਨ ਦਾ ਅਧਿਕਾਰ ਨਹੀਂ ਹੈ ਸਾਨੂੰ। ਜਦ ਤੱਕ ਕੁਦਰਤੀ ਮੌਤ ਨਾ ਹੋਵੇ, ਪੂਰਾ ਜੀਵਨ ਜੀਣਾ ਚਾਹੀਦਾ ਹੈ। ਯਦि ਉਹ ਇਸ ਦੀ ਡਿਪਰੈਸਡ ਹੈ ਤੇ ਸਾਰਿਆਂ ਨੂੰ ਉਹਦੀ ਹਿੰਮਤ ਵਧਾਉਣੀ ਚਾਹੀਦੀ ਹੈ। ਹਿੰਮਤ ਤੇ ਧੀਰਜ ਦੇਣਾ ਚਾਹੀਦਾ ਹੈ। ਭੂਲੋਕ ਸ਼ਾਸਤਰ ਦੀ ਦ੍ਰਿਸ਼ਟੀ ਤੋਂ ਕਾਫੀ ਉન્નਤ ਲੋਕ ਹੈ। ਨਾਲੇ ਪ੍ਰਿਥਵੀ ਜੋ ਹੈ ਉਹ ਵਿਕਸਿਤ ਲੋਕ ਹੈਗਾ। ਸਮਾਜਿਕ ਸਥਿਤੀਆਂ ਗਤੀਆਂ ਹੋਣ ਦੇ ਬਾਵਜੂਦ ਜੇ ਕੋਈ ਉਸ
ਇਸਤਰੀ ਦੀ ਮਦਦ ਲਈ ਉਸ ਤੋਂ ਵਿਆਹ ਕਰਨ ਲਈ ਰਾਜੀ ਹੋ ਜਾਵੇ, ਇਹ ਸਭ ਤੋਂ ਵਧੀਆ ਗੱਲ ਹੋਵੇਗੀ। ਸਾਨੂੰ ਉਸ ਮਨੁੱਖ ਦੀ ਵਾਹਵਾਹੀ ਕਰਨੀ ਚਾਹੀਦੀ ਹੈ। ਸਾਡੀ ਹਿੰਮਤ ਦੇਣ ਦੀ ਕੋਸ਼ਿਸ਼ ਦੇ ਕਾਰਨ ਜੀਵਨ ਦੀ ਮਹਾਨਤਾ ਨੂੰ ਸਮਝ ਕੇ ਪ੍ਰੇਮ ਨਾਲ ਜ਼ਿੰਦਗੀ ਬਿਤਾਉਂਦੇ ਹੋਏ ਉਹ ਆਪਣੀ ਆਤਮਾ ਦੀ ਤਰੱਕੀ ਕਰ ਸਕਦੀ ਹੈ। ਹੁਣ ਅਸੀਂ ਅਪਰਾਧੀ ਦੇ ਬਾਰੇ ਵਿੱਚ ਚਰਚਾ ਕਰਾਂਗੇ। ਉਸ ਨਾਲ ਕਿਸ ਤਰ੍ਹਾਂ ਦਾ ਸਲੂਕ ਹੋਣਾ ਚਾਹੀਦਾ ਹੈ। ਇਹ ਘਟਨਾ ਉਸ ਦੇ ਪਿਛਲੇ ਜਨਮ ਦੀ ਕਰਮ ਦੀ ਵਜ੍ਹਾ ਕਰਕੇ ਹੋਈ ਹੋਣੀ ਹੈ। ਕਿਆ ਇਸ ਤਰ੍ਹਾਂ ਦੀ ਸੋਚ ਨਾਲ ਉਹਨੂੰ ਛੱਡ ਦੇਵਾਂਗੇ? ਇੱਥੇ ਅਸੀਂ ਇਹ ਸਮਝ ਰੱਖਣੀ ਚਾਹੀਦੀ ਹੈ ਕਿ ਪ੍ਰੈਜ਼ੈਂਟ ਟਾਈਮ ਵਿੱਚ ਜੋ ਵੀ ਸਮਾਜਿਕ ਕਾਨੂੰਨ ਹੈ ਉਹ ਉਸ ਮਨੁੱਖ ਨੂੰ ਕਿਸ ਤਰ੍ਹਾਂ ਆਪਣੇ ਮਾੜੇ ਕਰਮਾਂ ਨੂੰ ਕੱਟਣ ਵਿੱਚ ਸਹਾਇਕ ਬਣ ਪਾਵੇ। ਕੁਝ ਦੇਸ਼ਾਂ ਵਿੱਚ ਤੇ ਸਮਾਜਿਕ ਕਾਨੂੰਨ ਬਹੁਤ ਕਠੋਰ ਹੈਗਾ ਅਤੇ ਕੁਝ ਦੇਸ਼ਾਂ ਵਿੱਚ ਅਮੀਰ ਲੋਕੀ ਆਪਣੇ ਮਤਲਬ ਲਈ ਉਸ ਕਾਨੂੰਨ ਨੂੰ ਚੇਂਜ ਕਰ ਸਕਦੇ ਹਨ। ਕੋਈ ਮਨੁੱਖ ਲੋਕਲ ਲਾਅ ਦੇ ਅਨੁਸਾਰ ਹਰਜਾਨਾ ਭਰ ਕੇ ਸਜ਼ਾ ਨੂੰ ਭੁਗਤ ਕੇ ਆਪਣੇ ਬੁਰੇ ਕਰਮਾਂ ਨੂੰ ਥੋੜ੍ਹਾ ਜਿਹਾ ਤੇ ਕਮ ਕਰ ਲਵੇਗਾ। ਜੇ ਉਹ ਆਪਣੀ ਗਲਤੀ ਨੂੰ ਜਾਣ ਕਰ ਸਮਝ ਕਰ ਆਪਣੇ ਦਿਲ ਨਾਲ ਸਜ਼ਾ ਨੂੰ ਮਹਿਸੂਸ ਕਰਦੇ ਹੋਏ ਪਛਤਾਪ ਕਰਦੇ ਹੋਏ ਅੱਗੇ ਤੋਂ ਕਦੀ ਵੀ ਇਸ ਤਰ੍ਹਾਂ ਦੇ ਮਾੜੇ ਕੰਮ ਨਾ ਕਰਨ ਦਾ ਫੈਸਲਾ ਲੈ ਲਵੇ, ਤਾਂ ਹੀ ਉਹ ਆਪਣੇ ਮਾੜੇ ਕਰਮ ਪ੍ਰਭਾਵ ਨੂੰ ਕੁਝ ਹੱਦ ਤੱਕ ਚੁਕਾ ਪਾਵੇਗਾ। ਸਜ਼ਾ ਦੇ ਕਾਰਨ ਉਹਨੂੰ ਪੂਰਾ ਕਰਕੇ ਔਰ ਵੀ ਜ਼ਿਆਦਾ ਗੁੱਸੇ ਦਵੇਸ਼ ਦੇ ਬਦਲੇ ਦੀ ਭਾਵਨਾ ਰੱਖੇਗਾ ਅਤੇ ਇਹ ਸਜ਼ਾ ਕਦੀ ਵੀ ਉਸ ਦੇ ਕਰਮ ਨੂੰ ਚੁਕਾਉਣ ਵਿੱਚ ਸਹਾਇਕ ਨਹੀਂ ਹੋ ਪਾਵੇਗੀ। ਸਮਾਜਿਕ ਕਾਨੂੰਨ ਇਸ ਤਰ੍ਹਾਂ ਤਿਆਰ ਕਰਨੇ ਚਾਹੀਦੇ ਹਨ ਕਿ ਜੇ ਕੋਈ ਕਿਸੇ ਨੂੰ ਵੀ ਹਾਨੀ ਪਹੁੰਚਾਏ ਤੇ ਉਹ ਕਾਨੂੰਨੀ ਸਜ਼ਾ ਪੂਰੀ ਕਰਦੇ ਹੋਏ ਹੀ ਆਪਣੇ ਬੁਰੇ ਕਰਮਾਂ ਨੂੰ ਵੀ ਦੂਰ ਕਰ ਪਾਵੇ। ਮਿਸਾਲ ਲਈ, ਜੇ ਦੋ ਬੰਦਿਆਂ ਦੀ ਲੜਾਈ ਵਿੱਚ ਕੋਈ ਅਪਾਹਿਜ ਹੋ ਜਾਵੇ, ਉਸ 'ਤੇ ਨਿਰਭਰ ਉਹਦੇ ਪਰਿਵਾਰ ਵਾਲੇ ਵੀ ਬਿਨਾਂ ਕਸੂਰ ਤੇ ਦੁਖੀ ਤਥਾ ਪੀੜਿਤ ਹੁੰਦੇ ਹਨ। ਇਸ ਲਈ ਗਲਤੀ ਕਰਨ ਵਾਲੇ ਨੂੰ ਦੰਡ ਸਰੂਪ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਕੇ ਧਨ ਕਮਾ ਕੇ ਪੀੜਿਤ ਐਵਮ ਦੁਖੀ ਪਰਿਵਾਰ ਵਾਲਿਆਂ ਨੂੰ ਦੇਣਾ ਚਾਹੀਦਾ ਹੈ। ਆਪਣੀ ਗਲਤੀ ਦੇ ਕਾਰਨ ਹੋਏ ਨੁਕਸਾਨ ਤੇ ਦੁੱਖ ਨੂੰ ਸਮਝਣਾ ਚਾਹੀਦਾ ਹੈ। ਇਸ ਤਰ੍ਹਾਂ ਗਲਤੀ ਤੋਂ ਹੋਏ ਬੁਰੇ ਕਰਮ ਦੇ ਪ੍ਰਭਾਵ ਨੂੰ ਕੁਝ ਘਟਾ ਸਕਦੇ ਹਾਂ। ਜਿਹਨੇ ਗਲਤੀ ਕੀਤੀ ਹੈ ਉਹ ਕੁਝ ਸਾਲ ਜੇਲ੍ਹ ਦੀ ਸਜ਼ਾ ਪੂਰੀ ਕਰਕੇ ਆਪਣੇ ਮਨ ਦੇ ਵਿੱਚ ਪਛਤਾਪ ਕਰਕੇ ਆਪਣੇ ਕਰਮ ਰਿਣ ਨੂੰ ਘਟਾ ਸਕਦਾ ਹੈ। ਨਹੀਂ ਤੇ ਕੋਈ ਵੀ ਸ਼ਕਤੀ ਕਿਸੇ ਵੀ ਤਰ੍ਹਾਂ ਉਹਦੇ ਕਰਮ ਰਿਣ ਨੂੰ ਘਟਾਉਣ ਵਿੱਚ ਸਹਾਇਕ ਨਹੀਂ ਹੋ ਸਕਦੀ। ਦੋਸਤੋ, ਅੱਜ ਲਈ ਇੰਨਾ ਹੀ। ਅੱਗੇ ਦਾ ਜ਼ਿਕਰ ਅਸੀਂ ਅਗਲੇ ਆਡੀਓ ਵਿੱਚ ਕਰਾਂਗੇ। ਧੰਨਵਾਦ, ਸ਼ੁਕਰੀਆ